1 ਮਈ ਦਾ ਦਿਨ ਹੈ ਤੇ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਇਹਨੂੰ ਮਨਾਇਆ ਜਾਂਦਾ ਹੈ। ਪਰੰਤੂ ਸਾਡੇ ਨਾਲ ਅੱਜ ਮੌਜੂਦ ਹੈਗੇ ਨੇ ਪੰਜਾਬ ਦੇ ਉਹ ਕੱਚੇ ਅਧਿਆਪਕ ਜਿਹੜੇ ਪਿਛਲੇ 2 ਦਹਾਕਿਆਂ ਤੋਂ ਲੜਾਈ ਲੜ ਰਹੇ ਨੇ ਆਪਣੇ ਹੱਕਾਂ ਵਾਸਤੇ, ਆਪਣੀਆਂ ਮੰਗਾਂ ਮਨਵਾਉਣ ਵਾਸਤੇ। ਪਰੰਤੂ ਫਿਰ ਵੀ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਲਾਰੇ ਤਾਂ ਲਾਉਂਦੀਆਂ ਨੇ, ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀਆਂ। ਇਹ ਉਹ ਲੋਕ ਨੇ ਜੋ ਕਿ ਸਾਡੇ ਸਮਾਜ ਨੂੰ ਸੱਭਿਅਤ ਤੇ ਸਿੱਖਿਅਤ ਬਣਾ ਰਹੇ ਨੇ, ਪਰੰਤੂ ਆਪ ਇਹ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ? ਕੀ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ? ਡੀਸੀ ਰੇਟ ਤੋਂ ਘੱਟ ਇਹਨਾਂ ਨੂੰ ਗੁਜ਼ਾਰਾ ਕਰਨਾ ਪੈ ਰਿਹਾ ਹੈ। ਨਾ ਇਹ ਆਪਣੇ ਬੱਚੇ ਪੜ੍ਹਾਉਣ ਜੋਗੇ ਨੇ, ਨਾ ਇਹ 2 ਟਾਈਮ ਰੋਟੀ ਖਾਣ ਜੋਗੇ ਨੇ, ਤੇ ਨਾ ਇਹ ਇਸ ਹਾਲਾਤ ਦੇ ਵਿੱਚ ਨੇ ਕਿ ਹੋਰ ਨੌਕਰੀਆਂ ਲੱਭ ਸਕਣ, ਕਿਉਂਕਿ ਇਹਨਾਂ ਨੂੰ 15-15 20-20 ਸਾਲ ਤੋਂ ਇਸੇ ਡਿਪਾਰਟਮੈਂਟ ਦੇ ਵਿੱਚ ਲਾਰੇ ਲਾਏ ਜਾ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਕੁਝ ਲੋਕ ਓਵਰ ਏਜ ਵੀ ਹੋ ਚੁੱਕੇ ਨੇ। ਬਾਕੀ ਦੀ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਹਾਂ ਕਿ ਆਖਿਰ ਇਹਨਾਂ ਦੀਆਂ ਮੰਗਾਂ ਕੀ ਨੇ ਤੇ ਸਰਕਾਰਾਂ ਦਾ ਇਹਨਾਂ ਪ੍ਰਤੀ ਰੁਖ ਕੀ ਹੈ। ਕੀ ਨਾਮ ਹੈ ਜੀ? ਮੇਰਾ ਨਾਮ ਸਰ ਮਨਿੰਦਰ ਸਿੰਘ ਮਰਵਾਹਾ, ਪੰਜਾਬ ਪ੍ਰਧਾਨ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ। ਪਹਿਲਾਂ ਦੱਸੋ ਕਿ ਤੁਹਾਡੀਆਂ ਮੰਗਾਂ ਕੀ ਨੇ, ਕਿੰਨੇ ਟਾਈਮ ਤੋਂ ਤੁਸੀਂ ਇਹ ਸ਼ੀਤ ਕਲੀਨ ਯੁੱਧ ਲੜ ਰਹੇ ਹੋ? ਸਰ ਸਾਨੂੰ 18 ਸਾਲ ਹੋ ਗਏ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇ ਸੈਂਟਰ ਦੇ ਪੰਜਾਬ ਸਰਕਾਰ ਦੀ ਇੱਕ ਪਾਲਿਸੀ ਆਈ ਸੀ, ਉਹਦੇ ਤਹਿਤ ਅਸੀਂ ਰੱਖ ਹੋਏ ਸੀਗੇ ਤੇ ਬਿਲਕੁਲ ਮੈਰਿਟ ਦੇ ਆਧਾਰ ਤੇ ਰੱਖ ਹੋਏ ਸੀਗੇ। ਤੇ ਸਾਡੀ ਜਿਹੜੀ ਹੈਗੀ ਮੰਗ ਹੈਗੀ ਉਹ ਰੈਗੂਲਰ ਦੀ ਆ ਜੀ। ਸਾਡੀ ਮੰਗ ਜਿਹੜੀ ਆ ਉਹ ਰੈਗੂਲਰ ਦੀ ਆ, ਪਰ ਸਾਨੂੰ ਜਿਹੜਾ ਵੋਟਾਂ ਤੋਂ ਪਹਿਲਾਂ ਲਾਰਾ ਲਾਇਆ ਜਾਂਦਾ ਆ ਕਿ ਸੀਐਮ ਸਾਹਿਬ ਵੱਲੋਂ ਕਿ ਤੁਹਾਡੀ ਜਿਹੜੀ ਆਂਦੀ ਤਨਖਾਹ ਹੈ ਨਾ, ਅਸੀਂ ਆਂਦੇ ਸਾਰੇ ਪਹਿਲੀ ਕੈਬਨਿਟ ਦੇ ਵਿੱਚ 6000 ਤੋਂ 36000 ਕਰ ਦੇਵਾਂਗੇ, ਪਹਿਲਾ ਹਰਾ ਪੈਨ ਤੁਹਾਡੇ ਲਈ ਚਲਾਵਾਂਗੇ ਆ ਕੇ। ਕਿਉਂਕਿ ਉਹਨਾਂ ਦੇ ਅੰਦਰ ਇੱਕ ਹਾਸਰਸ ਕਲਾਕਾਰ ਵੀ, ਅਸੀਂ ਤਾਂ ਇਸ ਗੱਲ ਨੂੰ ਇਹੀ ਮੰਨਦੇ ਆ ਕਿ ਉਹ ਸਾਡੇ ਨਾਲ ਜੁਮਲੇ ਕਰ ਰਹੇ ਆ, ਕਿਉਂਕਿ ਸਾਡੇ ਨਾਲ ਹਜੇ ਤੱਕ ਮੀਟਿੰਗ ਨਹੀਂ ਕੀਤੀ ਗਈ ਤੇ ਅਸੀਂ ਉਹਨਾਂ ਦੇ ਘਰ ਤੱਕ ਵੀ ਮਾਰਚ ਕੀਤਾ 300 ਬੰਦੇ ਨੇ, ਪਰ ਸਾਡੀ ਗੱਲ ਜਿਹੜੀ ਉਹ ਨਹੀਂ ਸੁਣੀ ਜਾ ਰਹੀ। ਸਰ ਤੇ ਕੀ ਚਾਹੁੰਦੇ ਹੋ ਹੁਣ ਤੁਸੀਂ? ਅਸੀਂ ਚਾਹੁੰਦੇ ਆ ਕਿ ਕੱਲ ਜਿਹੜੀ ਹੈਗੀ ਕੈਬਨਿਟ ਦੀ ਮੀਟਿੰਗ ਆ, 35000 ਮੁਲਾਜ਼ਮਾਂ ਦਾ ਹੱਲ ਹੋਣ ਜਾ ਰਿਹਾ ਆ। ਅਸੀਂ 18 ਸਾਲਾਂ ਤੋਂ ਰੋਲ ਰਹੇ ਆ, ਅਸੀਂ ਕੁਆਲੀਫਿਕੇਸ਼ਨ ਪੂਰੀ ਕਰਦੇ ਆ, ਅਸੀਂ ਸਾਰੇ ਕੁਆਲੀਫਾਈਡ ਆ, MA MEd BA BEd PhD ਤੱਕ ਸਾਡੀ ਕੁਆਲੀਫਿਕੇਸ਼ਨ ਆ। ਤੇ ਸਾਨੂੰ ਜਿਹੜਾ 35000 ਮੁਲਾਜ਼ਮਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਤੇ ਤਾਂ ਜੋ ਸਾਡਾ ਜਿਹੜਾ ਆ ਜਿਹੜੇ ਘਰਾਂ ਦੇ ਗੁਜ਼ਾਰੇ ਸੌਖੇ ਹੋ ਸਕਣ। ਮੈਂ ਦੇਖ ਰਿਹਾ ਜੀ ਤੁਹਾਡੀ ਫੋਟੋ ਹੈਗੀ ਹੈ ਕੇਜਰੀਵਾਲ ਸਾਹਿਬ ਨਾਲ, ਸੋਫੇ ਤੇ ਤੁਸੀਂ ਬੈਠੇ ਹੋ ਬਰਾਬਰ। ਕੀ ਕਿਹਾ ਗਿਆ ਸੀ ਤੁਹਾਨੂੰ, ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ? ਸਰ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਆ ਕੇ ਜਿਹੜੀ ਆ ਦਿੱਲੀ ਦੀ ਤਾਰੇ ਤੇ ਤੁਹਾਡੇ ਜਿਹੜੀ ਆ ਸੈਲਰੀ ਆ ਇੱਕਦਮ ਇਨਕਰੀਜ਼ ਕਰਾਂਗੇ ਔਰ ਤੁਹਾਡੇ ਰੈਗੂਲਰ ਦਾ ਪ੍ਰੋਸੈਸ ਚਲਾਵਾਂਗੇ। ਹੁਣ ਸਾਡੀ ਬਿਲਕੁਲ ਸਾਰ ਨਹੀਂ ਲਈ ਜਾ ਰਹੀ ਤੇ ਸਾਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਮੇਰੇ ਨਾਲ ਕੁਝ ਲੇਡੀਜ਼ ਵੀ ਹੈਗੀਆਂ ਨੇ ਜਿਹੜੀਆਂ ਅਧਿਆਪਕ ਹੈਗੀਆਂ ਨੇ, ਇਹਨਾਂ ਦੀਆਂ ਆਪਣੀਆਂ ਪ੍ਰੋਬਲਮ ਹੈਗੀਆਂ ਨੇ। ਪਹਿਲਾਂ ਦੱਸੋ ਜੀ ਕੀ ਤੁਹਾਡੀ ਮੰਗ ਹੈਗੀ? ਮੇਰਾ ਨਾਮ ਗੁਰਮੀਤ ਕੌਰ, ਪਟਿਆਲਾ ਡਿਸਟ੍ਰਿਕਟ ਤੋਂ। ਸਰ ਸਾਨੂੰ 18 ਸਾਲ ਹੋ ਚੁੱਕੇ ਨੇ ਇਸ ਜੋਬ ਦੇ ਵਿੱਚ, ਪਰ ਇਸ ਜੋਬ ਨੂੰ ਅਸੀਂ ਕਰਕੇ ਐਂ ਲੱਗਦਾ ਕਿ ਅਸੀਂ ਫਸ ਗਏ, ਅਸੀਂ ਬੰਦਵਾ ਮਜ਼ਦੂਰ ਬਣ ਗਏ। ਅੱਜ 1 ਮਈ ਤੇ ਅਸੀਂ ਆਪਣੇ ਰੋਣੇ ਰੋਣ ਆਏ ਆ, ਇੱਥੇ ਸਰਕਾਰ ਨੂੰ ਦੱਸਣ ਲਈ ਆਏ ਆ ਕਿ ਇਨਸਾਨੇ ਟੀਚਰ ਹੋਣ ਦੀ ਇੱਕ ਬਹੁਤ ਵੱਡੀ ਕੀਮਤ ਚੁਕਾਈ ਹੈ। ਅਸੀਂ ਹੁਣ ਤੱਕ ਆਪਣੀ ਕੁਆਲੀਫਿਕੇਸ਼ਨ ਪੂਰੀ ਕਰ ਚੁੱਕੇ ਆ, ਸਾਡੇ ਬੱਚੇ ਹੁਣ ਸਾਡੇ ਬਰਾਬਰ ਦੇ ਹੋ ਚੱਲੇ ਨੇ ਤੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਬਸ ਕਰੋ ਮੰਮਾ, ਕਿੰਨਾ ਪੜੋਗੇ ਤੁਸੀਂ, ਤੁਹਾਨੂੰ ਸਰਕਾਰ ਪੱਕੇ ਤਾਂ ਕਰਦੀ ਨਹੀਂ, ਬਸ ਕਰੋ ਮੰਮਾ, ਇੰਨੀ ਕੁ ਤਨਖਾਹ ਠੀਕ ਹੈ, ਬਸ ਇਹਦੇ ਪਿੱਛੇ ਨਾ ਤੁਸੀਂ ਧਰਨੇ ਰੈਲੀਏ ਜਾ ਕੇ ਮਰ ਨਾ ਜਾਇਓ, ਸਾਨੂੰ ਇਹੀ ਮਨਜ਼ੂਰ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਿਸੇ ਹਿੱਲੇ ਤਾਂ ਲਾਵੇ ਜਾਂ ਤਾਂ ਸਾਨੂੰ ਫਰਕ ਕਰੇ, ਅਸੀਂ ਕਿਸੇ ਹੋਰ ਕੰਮ 'ਚ ਜਾਈਏ। ਅਸੀਂ ਬੰਦਵਾ ਮਜ਼ਦੂਰ ਦੀ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਸਾਡੀ ਇਮੇਜ ਇਹ ਬਣ ਗਈ ਕਿ ਅਸੀਂ ਟੀਚਰ ਆ, ਬਟ ਜਦੋਂ ਕਿਸੇ ਨੂੰ ਦੱਸੀਦਾ ਨਾ ਕਿ ਸਾਡੀ ਸੈਲਰੀ ਇੰਨੀ ਕੁ ਹੈ ਤਾਂ ਉਹ ਹੱਸਦੇ ਨੇ ਕਿ ਛੱਡੋ ਪਰੇ, ਫਿਰ ਤੁਸੀਂ ਇੰਨੇ ਪਿੱਛੇ ਕਿਉਂ ਲੱਗੇ ਹੋਏ ਹੋ। ਅਸਲ 'ਚ ਦੇਖਿਆ ਜਾਵੇ ਤਾਂ ਸਾਡਾ ਮਾਨਸਿਕ ਤੇ ਸਮਾਜਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਮਾੜੀ ਹੈ ਕਿ ਅਸੀਂ ਇਸ ਜੋਬ ਦੇ ਨਾਲ ਜਦੋਂ ਦੂਸਰੀ ਜੋਬ ਕਰਦੇ ਹਾਂ ਨਾ, ਸਾਡੇ ਸਮਾਜ ਦੇ ਵਿੱਚ ਲੋਕ ਸਾਡੇ ਤੇ ਹੱਸਦੇ ਨੇ। ਸਾਡੀ ਕੰਡੀਸ਼ਨ ਇੰਨੀ ਕੁ ਹੈ ਕਿ ਸਾਨੂੰ ਉੱਕਾ ਪੁੱਕਾ ਤਨਖਾਹ ਦੇ ਕੇ ਇੱਕ ਰੈਗੂਲਰ ਟੀਚਰ ਜਿੰਨਾ ਕੰਮ ਕਰਵਾਇਆ ਜਾ ਰਿਹਾ, ਮੈਂ ਖੁਦ ਇੱਕ ਸਕੂਲ ਦੀ ਇੰਚਾਰਜ ਹਾਂ, ਉਹਦੇ ਵਿੱਚ ਜਿੰਨਾ ਇੱਕ ਰੈਗੂਲਰ ਟੀਚਰ ਨੇ 80000 91000 ਰੁਪਇਆ ਲੈ ਕੇ ਇੱਕ ਸਕੂਲ ਨੂੰ ਸਾਹਮਣਾ ਹੁੰਦਾ ਹੈ, ਉਹਨਾਂ ਮੈਂ ਇੱਕ 10000 ਰੁਪਏ ਲੈ ਕੇ ਕਰ ਰਹੀ ਹਾਂ। ਪਰ ਉਹਦੇ ਵਿੱਚ ਸਾਨੂੰ ਸਿਰਫ ਉੱਕਾ ਪੁੱਕਾ ਤਨਖਾਹ ਦੇ ਨਾਲ ਜਿਹੜੇ ਭੱਤੇ ਰੈਗੂਲਰ ਟੀਚਰ ਨੂੰ ਮੋਬਾਈਲ ਦਾ ਭੱਤਾ ਮਿਲਦਾ, ਪੈਟਰੋਲ ਦਾ ਭੱਤਾ ਮਿਲਦਾ, ਉਹ ਸਾਨੂੰ ਉਹ ਵੀ ਨਹੀਂ ਮਿਲਦਾ। ਅਸੀਂ ਆਪਣੀ ਉਸ ਤਨਖਾਹ ਦੇ ਵਿੱਚੋਂ ਦੀ ਉਸ ਖਰਚੇ ਨੂੰ ਪੂਰਾ ਕਰਦੇ ਹਾਂ। ਤੇ ਅਫਸਰਸ਼ਾਹੀ ਇਸ ਤਰੀਕੇ ਦੀ ਹੈ ਕਿ ਸਾਨੂੰ ਉਹ ਕਹਿੰਦੇ ਨੇ ਕਿ ਤੁਸੀਂ ਟੀਚਰ ਹੋ, ਟੀਚਰ ਬਣ ਕੇ ਕੰਮ ਕਰੋ। ਸਾਡੀ ਅਫਸਰਸ਼ਾਹੀ ਇਹ ਨਹੀਂ ਮੰਨਦੀ ਕਿ ਸਾਡਾ ਸ਼ੋਸ਼ਣ ਇਸ ਤਰੀਕੇ ਨਾਲ ਹੋ ਰਿਹਾ ਹੈ ਕਿ ਅਸੀਂ ਤਾਂ ਟੀਚਰ ਬਣ ਹੀ ਨਹੀਂ ਸਕਦੇ, ਅਸੀਂ ਉਸ ਕੈਟਾਗਰੀ 'ਚ ਤੁਸੀਂ ਸਾਨੂੰ ਲੈ ਕੇ ਹੀ ਨਹੀਂ ਆਏ ਹੈਗੇ। ਕੁਆਲੀਫਿਕੇਸ਼ਨ ਵਧਾ ਲਈ, ਟੀਚਰ ਦਾ ਅਸੀਂ ਕੰਮ ਕਰ ਰਹੇ ਹਾਂ, ਬਟ ਤੁਸੀਂ ਸਾਨੂੰ ਇਨਸਾਨਾਂ ਦੇ ਬਰਾਬਰ ਨਹੀਂ ਸਮਝ ਰਹੇ। ਕਿਉਂਕਿ ਇੱਕ ਇਨਸਾਨ ਜਿਹਦੀ ਇੱਕ ਵਧੀਆ ਕੰਡੀਸ਼ਨ ਹੋਵੇ ਨਾ, ਪੀਸ ਮਾਈਂਡ ਦੇ ਨਾਲ ਉਹ ਸਕੂਲ 'ਚ ਕੰਮ ਕਰ ਸਕਦਾ ਹੈ, ਕੋਈ ਤਰੱਕੀ ਕਰ ਸਕਦਾ ਹੈ। ਬਟ ਅਸੀਂ ਉਸ ਸ਼ੋਸ਼ਣ ਨੂੰ ਆਪਣੇ ਅੰਦਰ ਦਬਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਉਹਨਾਂ ਦੇ ਵਧੀਆ ਫਿਊਚਰ ਦੇ ਲਈ ਕੰਮ ਕਰ ਰਹੇ ਹਾਂ। ਤੇ ਭਗਵੰਤ ਮਾਨ ਜੀ ਦੀਆਂ ਅਸੀਂ ਕੈਸਟਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਉਹ ਹਮੇਸ਼ਾ ਟੀਚਰ ਤੇ ਕਮੈਂਟ ਕਰਦੇ ਸੀ, ਹਾਸਾ ਮਜ਼ਾਕ ਕਰਦੇ ਸੀ ਤੇ ਨਾਲ ਇੱਕ ਤਿੱਖੇ ਵਿਅੰਗ ਕਰਦੇ ਹੁੰਦੇ ਸੀ ਸਰਕਾਰਾਂ ਦੇ ਉੱਪਰ ਕਿ ਇੱਕ ਟੀਚਰ ਤੋਂ ਇੰਨੇ ਬੁਰੇ ਤਰੀਕੇ ਨਾਲ ਕੰਮ ਲਏ ਜਾਂਦੇ ਆ ਤੇ ਉਹਨਾਂ ਦੀ ਕੋਈ ਵੈਲਿਊ ਜਾਂ ਕਦਰ ਨਹੀਂ ਕੀਤੀ ਜਾਂਦੀ। ਅਸਲ 'ਚ
ਅਸੀਂ ਭਰੋਸਾ ਕੀਤਾ ਭਗਵੰਤ ਮਾਨ ਤੇ ਕਿ ਉਹ ਸਾਡੇ ਦੁੱਖਾਂ ਨੂੰ ਬਹੁਤ ਪਹਿਲੇ ਤੋਂ ਜਾਣਦੇ ਨੇ ਤੇ ਸਾਡੇ ਹੱਲ ਕਰਨਗੇ। ਬਟ ਹੁਣ ਸਰਕਾਰ ਬਣੀ ਨੂੰ ਵੀ ਕਿੰਨਾ ਟਾਈਮ ਹੋ ਗਿਆ, ਉਹਨਾਂ ਨੇ ਸਾਡੇ ਸਾਰ ਤੱਕ ਹੀ ਲੈਣੀ ਸੀ, ਸਾਨੂੰ ਇੱਕ ਮੀਟਿੰਗ ਦਾ ਟਾਈਮ ਤੱਕ ਨਹੀਂ ਦਿੱਤਾ। ਅਸੀਂ ਉਹਨਾਂ ਦੇ ਘਰ ਗਏ, ਫੁੱਲ ਗੁਲਦਸਤੇ ਲੈ ਕੇ ਗਏ ਉਹਨਾਂ ਦਾ ਮਾਨ ਸਨਮਾਨ ਕਰਨ ਵਾਸਤੇ। ਸਾਨੂੰ ਬਾਕੀ ਜਥੇਬੰਦੀਆਂ ਨੇ ਪੰਜਾਬ 'ਚ ਮਨਾ ਕੀਤਾ ਸੀ ਕਿ ਇਹ ਤੁਸੀਂ ਨਵੀਂ ਪਿਰਤ ਪਾ ਰਹੇ ਹੋ, ਸਰਕਾਰਾਂ ਇੱਕੋ ਜਿਹੀਆਂ ਹੁੰਦੀਆਂ ਨੇ। ਅਸੀਂ ਕਿਹਾ ਕਿ ਨਹੀਂ, ਅਸੀਂ ਇਸ ਚੇਂਜ ਨੂੰ ਸਵੀਕਾਰ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਨੇ ਜੋ ਸਾਨੂੰ ਕਿਹਾ ਇਹ ਸਰਕਾਰ ਉਹ ਪੂਰਾ ਕਰੇਗੀ। ਬਟ ਨਹੀਂ, ਹੁਣ ਤੱਕ ਦੇ ਤਾਂ ਇਹਨਾਂ ਦੇ ਜਿਹੜੇ ਲਾਰੇ ਲੱਪੇ ਹੀ ਲੱਗ ਰਹੇ ਨੇ। ਇਹਨਾਂ ਸਰਕਾਰਾਂ ਨੇ, ਜਿਵੇਂ ਪਹਿਲਾਂ ਵਾਲੀ ਸਰਕਾਰਾਂ ਨੇ ਸਾਨੂੰ ਧੋਖਾ ਦਿੱਤਾ ਸੀ, ਲੱਗ ਰਿਹਾ ਕਿ ਆਮ ਆਦਮੀ ਦੀ ਵੀ ਸਰਕਾਰ ਵੀ ਉਸੇ ਲਈ ਤੇ ਚੱਲ ਰਹੀ ਹੈ। ਤੇ ਜੋ ਸਰਕਾਰਾਂ ਨੇ ਸਾਨੂੰ ਪਹਿਲਾਂ ਸਿਖਾਇਆ ਮਜਬੂਰਨ ਅਸੀਂ ਉਹ ਕਰਨ ਲਈ ਵੀ ਤਿਆਰ ਹਾਂ, ਕਿਉਂਕਿ ਸਰਕਾਰ ਜਾਂ ਤਾਂ ਸਾਨੂੰ ਫਾਰਗ ਕਰੇ ਜਾਂ ਤਾਂ ਫਿਰ ਸਾਨੂੰ ਕਿਸੇ ਇਹੋ ਜਿਹੇ ਪਲੇਟਫਾਰਮ ਤੇ ਖੜਾ ਕਰ ਦੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਸਕੀਏ, ਸਾਡੀ ਸਮਾਜ ਵਿੱਚ ਕੋਈ ਵੈਲਿਊ ਵਧੇ। ਕਿਉਂਕਿ ਇੰਨੀ ਕੁ ਤਨਖਾਹ ਨੂੰ ਸਾਨੂੰ ਦੱਸਦਿਆਂ ਵੀ ਸ਼ਰਮ ਆਉਂਦੀ ਹੈ। ਅਸੀਂ ਕਿਸੇ ਤੋਂ ਇੱਕ ਪੈਸਾ ਲੈ ਨਹੀਂ ਸਕਦੇ ਉਧਾਰ, ਕਿਉਂਕਿ ਵਾਪਸ ਮੋੜਨ ਦਾ ਵੀ ਹੁੰਦਾ ਹੈ। ਸਾਡਾ 1 ਮਹੀਨੇ ਦਾ ਬਜਟ ਹਿਲ ਜਾਂਦਾ ਜੇ ਅਸੀਂ ਕਿਸੇ ਤੋਂ ਕੋਈ ਪੈਸਾ ਲਿਆ ਹੁੰਦਾ ਔਰ ਅਸੀਂ ਵਾਪਸ ਕਰਨਾ ਹੋਵੇ। ਤੇ ਸਾਡੇ ਬੱਚਿਆਂ ਦਾ ਫਿਊਚਰ ਸੇਵ ਨਹੀਂ, ਸਾਡਾ ਫਿਊਚਰ ਸੇਵ ਨਹੀਂ ਤਾਂ ਅਸੀਂ ਉਸ ਅੱਗੇ ਬੱਚਿਆਂ ਨੂੰ ਕੀ ਸਮਝਾ ਲਾਂਗੇ, ਕੀ ਪੜ੍ਹਾ ਲਾਂਗੇ ਕਿ ਤੁਸੀਂ ਟੀਚਰ ਬਣੋ। ਇਹੀ ਤਰਾਸਦੀ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਇਹ ਪੰਜਾਬ ਦੇ ਵਿੱਚ ਰਹਿਣ ਲਾਇਕ ਇਸ ਸਰਕਾਰ ਨੇ ਮਾਹੌਲ ਰਹਿਣ ਨਹੀਂ ਦੇਣਾ, ਤਾਂ ਹੀ ਲੋਕ ਬਾਹਰ ਜਾ ਰਹੇ ਨੇ। ਔਰ ਸਰਕਾਰ ਕਹਿੰਦੀ ਕਿ ਅਸੀਂ ਅੰਗਰੇਜ਼ਾਂ ਨੂੰ ਨੌਕਰੀਆਂ ਦੇਵਾਂਗੇ। ਨਿਰਾ ਝੂਠ ਹੈ, ਕੋਰਾ ਝੂਠ ਹੈ। ਹੁਣ ਤੱਕ ਦੀ ਤਾਂ ਲੱਗ ਰਹੀ ਹੈ ਵੀ ਆਮ ਆਦਮੀ ਦੀ ਸਰਕਾਰ ਨਹੀਂ ਹੈ, ਇਹ ਖਾਸ ਆਦਮੀ ਦੀ ਸਰਕਾਰ ਬਣ ਕੇ ਰਹਿ ਜਾਣੀ ਹੈ। ਮੈਡਮ, ਤੁਹਾਡੇ ਹੱਥ ਦੇ ਵਿੱਚ ਮੈਂ ਪੋਸਟਰ ਦੇਖ ਰਿਹਾ ਕਿ ਇੱਕ ਲੇਡੀ ਲੱਕੜਾਂ ਚੁੱਕ ਰਹੀ ਹੈ। ਤੁਸੀਂ ਗੱਲ ਵੀ ਕੀਤੀ ਹੈਗੀ ਹੈ ਕਿ ਲੇਡੀਜ਼ ਦੀਆਂ ਆਪਣੀਆਂ ਕੁਝ ਹੋਰ ਪ੍ਰੋਬਲਮਾਂ ਨੇ, ਕਈਆਂ ਦੇ ਰਿਸ਼ਤੇ ਟੁੱਟ ਗਏ ਨੇ ਜਾਂ ਪਰਿਵਾਰਿਕ ਤੌਰ ਦੇ ਉੱਤੇ ਫਾਈਨੈਂਸ਼ੀਅਲ ਪ੍ਰੋਬਲਮ ਕਾਰਨ ਜਿਹੜੀਆਂ ਆਈਆਂ ਨੇ ਸਾਹਮਣੇ। ਸਾਡੀ ਅਸਲ ਹਾਲਤ ਹੈ ਸਾਡੀ, ਅਸੀਂ ਦੱਸ ਨਹੀਂ ਸਕਦੇ ਸਮਾਜ ਦੇ ਵਿੱਚ ਖੜ ਕੇ ਕਿ ਸਾਡੇ ਹਾਲਾਤ ਕੀ ਹੈ। ਇੱਕ ਪਰਦਾ ਰੱਖਿਆ ਗਿਆ ਹਾਲਾਤਾਂ ਦਾ ਸਮਾਜ ਤੋਂ, ਪਰ ਅਸੀਂ ਥੱਕ ਚੁੱਕੇ ਹਾਂ, ਹਾਰ ਚੁੱਕੇ ਹਾਂ। ਇਸ ਲੜਕੀ ਨੂੰ ਸਕੂਲ ਦੇ ਵਿੱਚ ਆਉਣ ਦੇ ਲਈ ਪ੍ਰੋਪਰ ਡਰੈਸ ਅਪ ਹੋਣਾ ਪੈਣਾ, ਉਹਨੂੰ ਖਰਚਾ ਆਪਣੇ ਬੱਚੇ ਨੂੰ ਰੋਟੀ ਖਵਾਉਣੀ ਪੈਣੀ ਹੈ, ਪਰ ਉਹ ਪੈਸੇ ਕਿੱਥੋਂ ਆਉਣਗੇ? ਕਿਉਂਕਿ ਸਰਕਾਰਾਂ 8-10 ਹਜ਼ਾਰ ਰੁਪਇਆ ਦੇ ਕੇ ਸਾਨੂੰ ਸਾਡੇ ਤੇ ਅਹਿਸਾਨ ਕਰਦੀਆਂ ਨੇ। ਸਾਡੇ ਹਾਲਾਤ ਇੰਨੇ ਮਾੜੇ ਆ ਕਿ ਅਸੀਂ ਜੇ ਅਸੀਂ ਬਿਮਾਰ ਹੋ ਗਏ ਤਾਂ ਦਵਾਈ ਲੈਣ ਦੇ ਜਾਣ ਦੇ ਲਈ ਵੀ ਸਾਡੇ ਕੋਲ ਹੌਸਲਾ ਨਹੀਂ ਹੁੰਦਾ, ਕਿਉਂਕਿ ਸਰਕਾਰੀ ਹਸਪਤਾਲਾਂ 'ਚੋਂ ਦਵਾਈ ਲਿਖ ਕੇ ਸਾਨੂੰ ਭੇਜ ਦਿੰਦੇ ਆ ਤੇ ਉਹ ਜਿਹੜੀ ਦਵਾਈ ਹੈ ਉਹ ਅਸੀਂ ਆਪਣੇ ਬੱਚੇ ਨੂੰ ਦਵਾਈ ਤੱਕ ਨਹੀਂ ਦਵਾ ਸਕਦੇ। ਇਹੋ ਜਿਹੇ ਹਾਲਾਤ ਸਾਡੇ ਹੋਏ ਆ। 3 ਵੀਲਰ ਚਲਾ ਕੇ ਸਬਜ਼ੀਆਂ ਵੇਚ ਕੇ ਗੁਜ਼ਾਰੇ ਕਦੋਂ ਤੱਕ ਕਰਾਂਗੇ? ਕਿਉਂਕਿ ਜਦੋਂ ਸਕੂਲ ਦੇ ਵਿੱਚ ਸਾਰਾ ਦਿਨ ਕੰਮ ਕਰਕੇ ਜਾ ਕੇ ਸ਼ਾਮ ਨੂੰ ਰੇੜੀ ਲਾਉਣੇ ਆ ਤਾਂ ਪਰਮਾਤਮਾ ਜਾਣਦਾ ਕਿ ਸਾਡੇ ਦਿਲਾਂ ਤੇ ਉਦੋਂ ਕੀ ਬੀਤਦੀ ਹੈ। ਸਾਡੇ ਸਾਥੀ ਜਿਹੜੇ ਰੁਜ਼ਗਾਰ, ਇਸ ਪੱਕੇ ਰੁਜ਼ਗਾਰ ਦੀ ਭਾਲ ਦੇ ਵਿੱਚ ਇੱਕ ਕੰਬਲ ਲੈ ਕੇ ਲੋਕ ਲੱਖਾਂ ਰੁਪਏ 35 ਲੱਖ ਰੁਪਇਆ ਜਿਹੜੇ ਟੀਚਰ ਆ ਉਹ ਲੈ ਕੇ ਰਿਟਾਇਰ ਹੁੰਦੇ ਨੇ ਤੇ ਸਾਡੇ ਸਾਥੀਆਂ ਨੂੰ ਇੱਕ ਕੰਬਲ ਦੇ ਕੇ ਰੁਖਸਤ ਕੀਤਾ ਜਾਂਦਾ ਹੈ। ਤੇ ਕਈ ਸਾਥੀ ਆ ਉਹ ਜਿਹੜੇ ਆਤਮ ਹੱਤਿਆ ਤੱਕ ਕਰ ਗਏ। ਉਹਨਾਂ ਦਾ ਦਿਲ ਨਹੀਂ ਸੀ ਕਰਦਾ ਇਸ ਸਮਾਜ ਨੂੰ ਛੱਡ ਕੇ ਜਾਣ ਨੂੰ। ਇਸ ਦੁਨੀਆ ਬਹੁਤ ਰੰਗਲੀ ਹੈ, ਬਹੁਤ ਸੋਹਣੀ ਹੈ, ਪਰ ਮਜਬੂਰ ਹੈ। ਤੇ ਮੈਨੂੰ ਲੱਗਦਾ ਵੀ ਸਾਡੇ ਆਉਣ ਵਾਲੇ ਹਾਲਾਤ ਇਹੀ ਨੇ ਸਭ ਦੇ। ਅਸੀਂ ਅੱਜ ਵੀ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਹੁਣ ਸਾਡੇ ਹਾਲਾਤ ਸਬਰ ਦਾ ਘੜਾ ਭਰ ਚੁੱਕਿਆ ਹੈ। ਸਾਡੇ ਹਾਲਾਤ ਇੰਨੇ ਮਾੜੇ ਆ ਵੀ ਜੇ ਤੁਸੀਂ ਸਾਡੇ ਲਈ ਕੁਝ ਨਹੀਂ ਕਰ ਸਕਦੇ, ਸਾਡੇ ਲਈ ਟਾਈਮ ਚਾਹੀਦਾ। ਸਾਨੂੰ ਟਾਈਮ ਦੱਸ ਦਿਓ ਕਿੰਨਾ ਚਾਹੀਦਾ, ਕਿਉਂਕਿ ਸਾਡੇ ਕੋਲ ਹੁਣ ਟਾਈਮ ਦੇ ਦੇ ਕੇ ਸਾਡੇ ਵਾਲ ਕਾਲਿਆਂ ਤੋਂ ਚਿੱਟੇ ਹੋ ਗਏ ਤੇ ਸਾਡਾ ਹੌਸਲਾ ਹੁਣ ਖਤਮ ਹੋ ਗਿਆ ਏ, ਸਾਡਾ ਸਬਰ ਖਤਮ ਹੋ ਗਿਆ। ਇਹ ਨਾ ਹੋਵੇ ਕਿ ਇਹ ਜਿਹੜੀ ਖੁਦਕੁਸ਼ੀਆਂ ਦੀ ਲਾਈਨ ਹੈ ਹੋਰ ਲੰਬੀ ਹੋ ਜਾਵੇ। ਬਸ ਕੀ ਲੱਗ ਰਿਹਾ ਭਾਜੀ ਕਿ ਅਗਰ ਸਰਕਾਰ ਨਹੀਂ ਮੰਨਦੀ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ? ਹੁਣ ਤੱਕ ਤਾਂ ਜੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਮੀਟਿੰਗ ਸਾਨੂੰ ਮਿਲੇ, ਸਰਕਾਰ ਨਾਲ ਸਾਡੀ ਜਿਹੜੀ ਬੈਠ ਕੇ ਸਾਨੂੰ ਪਤਾ ਲੱਗੇ ਕਿ ਜੋ ਪਾਲਿਸੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਵਾਸਤੇ ਕਿਹੜੀ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਹੁਣ ਕੱਲ ਨੂੰ ਕਹਿ ਰਿਹਾ ਕਿ 35,000 ਮੁਲਾਜ਼ਮ ਜਿਹੜੇ ਆ ਉਹ ਪੱਕੇ ਕੀਤੇ ਜਾਣਗੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸਾਡਾ ਉਹਦੇ ਵਿੱਚ ਨਾਂ ਆ ਰਿਹਾ ਜਾਂ ਨਹੀਂ। ਚਲੋ ਅਸੀਂ ਪਹਿਲਾਂ ਤਾਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਘੱਟੋ ਘੱਟ ਉਹਨਾਂ ਦੇ ਵਿੱਚ ਹੀ ਸ਼ਾਮਲ ਕਰ ਦਿੱਤਾ ਜਾਵੇ। ਹਾਲਾਤ ਤੁਸੀਂ ਸੁਣ ਹੀ ਲਏ ਨੇ ਕਿ ਸਾਡੇ ਘਰਾਂ ਦੇ ਹਾਲਾਤ ਕੀ ਨੇ। ਦੇਖੋ, ਹਰੇਕ ਬੰਦੇ ਨੇ ਜਦੋਂ ਬਾਜ਼ਾਰ ਵਿੱਚ ਜਾਣਾ, ਚਾਹੇ ਅਸੀਂ ਟੀਚਰ ਹਾਂ ਚਾਹੇ ਕੁਛ ਹਾਂ, ਦੁੱਧ ਦਾ ਸਾਨੂੰ ਵੀ ਉਹੀ ਰੇਟ ਹੈ, ਬਿਜਲੀ ਸਾਨੂੰ ਵੀ ਉਸੇ ਰੇਟ ਮਿਲ ਰਹੀ ਹੈ, ਪੈਟਰੋਲ ਡੀਜ਼ਲ ਉਹ ਵੀ ਸਾਨੂੰ ਉਸੇ ਰੇਟ ਤੇ ਹੀ ਮਿਲ ਰਿਹਾ। ਸੋ ਇਸ ਕਰਕੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇ ਰੈਗੂਲਰ ਦਾ ਜਿਹੜਾ ਪ੍ਰੋਸੈਸ ਆ ਉਹਦੇ ਤੇ ਟਾਈਮ ਲੱਗੇਗਾ, ਸਾਨੂੰ ਵੀ ਪਤਾ ਲੱਗੇਗਾ। ਤਾਂ ਜਿਹੜੀ ਭਗਵੰਤ ਮਾਨ ਜੀ ਨੇ ਸਾਡੇ ਕੋਲ ਵੀਡੀਓ ਵੀ ਮੌਜੂਦ ਆ, ਉਹਨਾਂ ਨੇ ਆਪ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਆਉਂਦਿਆਂ ਨਾਲ ਦਿੱਲੀ ਦੀ ਤਰਜ਼ ਤੇ 6,000 ਤੋਂ 36,000 ਤੁਹਾਡੀ ਤਨਖਾਹ ਕਰ ਦੇਵਾਂਗੇ। ਤਾਂ ਸਭ ਦੀ ਅੱਜ ਲੱਗ ਕੀ ਰਿਹਾ ਤੁਹਾਨੂੰ? ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਲੋਕਾਂ ਨੇ ਇੰਨਾ ਤਗੜਾ ਮੈਂਡੇਟ ਦਿੱਤਾ, ਭਰੋਸਾ ਕਰਕੇ ਦਿੱਤਾ ਵੀ ਇਹ ਸਾਡੀਆਂ ਮੰਗਾਂ ਮੰਨਣਗੇ।
ਉਮੀਦ ਹੈ ਸਰਕਾਰ ਦੇ ਉੱਪਰ ਕਿ ਜਾਂ ਇਹ ਵੀ ਅਕਾਲੀ ਕਾਂਗਰਸ ਦੀ ਤਰ੍ਹਾਂ ਹੀ ਉਸੇ ਰਾਹ ਤੇ ਤੁਰ ਪਈ? ਦੇਖੋ ਜੀ, ਅਸੀਂ ਜੇ ਵੋਟਾਂ ਪਾਈਆਂ, ਸਾਰਿਆਂ ਨੇ ਜ਼ੋਰ ਲਾਇਆ, ਆਪਣੇ ਰਿਸ਼ਤੇਦਾਰਾਂ ਨੂੰ ਕਹਿਆ, ਸਭ ਨੂੰ ਮਤਲਬ ਵੋਟਾਂ ਪਾਈਆਂ ਤਾਂ ਉਮੀਦ ਸੀ ਤਾਂ ਪਾਈਆਂ। ਫਿਰ ਅਸੀਂ ਸਵਾਗਤੀ ਮਾਰਚ ਕੱਢਿਆ ਤਾਂ ਸਾਨੂੰ ਉਮੀਦ ਸੀ ਕਿ ਬਦਲਾਅ ਆ ਰਿਹਾ ਪੰਜਾਬ 'ਚ, ਅਸੀਂ ਵੀ ਆਪਣਾ ਰਸਤਾ ਬਦਲਿਆ। ਪਰ ਹੁਣ ਮਤਲਬ ਜਿਵੇਂ ਜਿਵੇਂ ਟਾਈਮ ਲੰਘਦਾ ਜਾਏਗਾ, ਜਦੋਂ ਸਾਨੂੰ ਕੁਝ ਮਿਲੇਗਾ ਹੀ ਨਹੀਂ ਤੇ ਫਿਰ ਸਾਡਾ ਮਨ ਤਾਂ ਦੂਜੇ ਪਾਸੇ ਜਾਊਗਾ ਵੀ ਸਾਨੂੰ ਕਿਤੇ ਨਾ ਕਿਤੇ, ਅਸੀਂ ਉਮੀਦ ਤਾਂ ਸੀਗੀ ਪਰ ਉਹ ਚੀਜ਼ ਸਾਨੂੰ ਮਿਲ ਨਹੀਂ ਰਹੀ। ਸੋ ਇਸ ਕਰਕੇ ਸਾਡਾ ਭਰੋਸਾ ਫਿਰ ਦਿਨ ਬ ਦਿਨ ਉੱਠਣਾ ਸ਼ੁਰੂ ਹੋ ਜਾਂਦਾ, ਕਿਉਂਕਿ ਹੁਣ ਸਾਨੂੰ ਮੀਟਿੰਗ ਵੀ ਨਹੀਂ ਮਿਲ ਰਹੀ। ਮੀਟਿੰਗ ਦਾ ਸਿਰਫ ਇਹੀ ਹੈ ਕਿ ਸਾਨੂੰ ਕਿੰਨੀ ਵਾਰ ਗਏ ਹੋ ਮਿਲਣ ਵਾਸਤੇ? ਸੀਐਮ ਮਿਲਣ ਵਾਸਤੇ ਅਸੀਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕੇ ਹਾਂ ਜੀ, ਦਫ਼ਤਰਾਂ 'ਚ ਫੋਨ ਦੇ ਥਰੂ ਵੀ ਗੱਲ ਕਰ ਚੁੱਕੇ ਹਾਂ ਜੀ, ਸਿੱਖਿਆ ਮੰਤਰੀ ਸਾਹਿਬ ਨੂੰ ਵੀ, ਭਗਵੰਤ ਮਾਨ ਜੀ ਨੂੰ ਵੀ, ਠੀਕ ਹੈ। ਪਰਸਨਲੀ ਅਸੀਂ ਉਹਨਾਂ ਦੇ ਓਐਸਡੀ ਨੂੰ ਮੈਸੇਜ ਵੀ ਕੀਤੇ ਨੇ। ਇੱਕ ਨਾਲ ਓਐਸਡੀ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਸੀ ਤਾਂ ਉਹਨਾਂ ਨੇ ਮੈਨੂੰ ਸਿੱਧਾ ਕਿਹਾ ਕਿ 15 ਦਿਨ ਟਾਈਮ ਨਹੀਂ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਫੋਨ ਕੱਟਤਾ। ਸੋ ਇਸ ਕਰਕੇ ਗੱਲ ਤਾਂ ਮੁੱਕਣੀ ਹੈ ਟੇਬਲ ਟਾਕ ਤੇ। ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਸਾਡੇ ਸਾਹਮਣੇ ਬੈਠ ਕੇ ਸਾਡੇ ਨਾਲ ਮੀਟਿੰਗ ਕੀਤੀ ਜਾਵੇ, ਸਾਨੂੰ ਦੱਸਿਆ ਜਾਵੇ ਸਾਡਾ ਕੀ ਹੱਲ ਕੀਤਾ ਜਾ ਰਿਹਾ। ਕਿੰਨੇ ਬੰਦੇ ਜੀ ਤੁਹਾਡੇ ਨੰਬਰ ਆਫ ਕੇਸਿਸ ਹੈ ਜਿਹੜੇ ਅਧਿਆਪਕ ਹੈਗੇ ਨੇ, ਕਿੰਨੇ ਨੇ ਟੋਟਲ ਜਿਹੜੇ ਅਸੀਂ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਲਗਭਗ 5500 ਨੇ। ਵੈਸੇ ਜਿਹੜੇ ਕੱਚੇ ਅਧਿਆਪਕ ਟੋਟਲ ਨੇ ਸਾਰੇ, ਉਹ ਲਗਭਗ 13000 ਦੀ ਗਿਣਤੀ ਹੈ ਜੀ ਸਾਡੀ। ਸੈਲਰੀ ਦਾ ਕੀ ਹਾਲ ਹੈ ਜੀ, ਕਿੰਨੀ ਮਿਲਦੀ ਹੈ? ਸੈਲਰੀ ਸਰ ਅਲੱਗ-ਅਲੱਗ ਮਿਲ ਰਹੀ ਹੈ, 3500 ਤੋਂ ਲੈ ਕੇ ਵੱਧ ਤੋਂ ਵੱਧ 11000 ਤੱਕ ਸੈਲਰੀ ਮਿਲ ਰਹੀ ਹੈ। ਕਿਸ ਤਰ੍ਹਾਂ ਦਾ ਕੋਈ ਭੱਤਾ ਵਗੈਰਾ ਜਾਂ ਕੁਝ? ਬਿਲਕੁਲ ਇਸ ਤੋਂ ਬਿਨਾ ਕੁਝ ਨਹੀਂ ਮਿਲ ਰਿਹਾ ਜੀ, ਨਾ ਕੋਈ ਮੋਬਾਈਲ ਭੱਤਾ, ਨਾ ਕੋਈ ਕੁਝ ਵੀ ਨਹੀਂ। ਉਹਦੇ ਵਿੱਚੋਂ ਤੇਲ ਵੀ ਅਸੀਂ ਪਾਉਣਾ, ਸਾਰਾ ਕੁਝ। ਜੇ ਸਾਡੀ ਦੂਰ ਕਿਤੇ ਬਦਲੀ ਕਰ ਦਿੱਤੀ ਜਾਂਦੀ ਹੈ ਤਾਂ ਅਸੀਂ ਮੈਨੇਜ ਖੁਦ ਕਰਨਾ। ਜੌਬ ਪੈਨਸ਼ਨੇਬਲ ਵੀ ਨਹੀਂ ਹੈਗੀ? ਨਹੀਂ ਜੀ, ਬਿਲਕੁਲ ਵੀ ਨਹੀਂ। ਮੇਰੇ ਨਾਲ ਖੁਦ ਇੱਕ ਵਾਰੀ ਮਤਲਬ 10 ਕਿਲੋਮੀਟਰ ਦੂਰ ਮੇਰੀ ਬਦਲੀ ਕਰ ਦਿੱਤੀ ਗਈ। ਮੈਂ 15 ਦਿਨ ਡੀਓ ਆਫਿਸ ਨਹੀਂ ਗਿਆ। ਮੈਂ ਉਹਨਾਂ ਨੂੰ ਇਹ ਸਿੱਧੀ ਗੱਲ ਕਹੀ ਕਿ ਮੇਰਾ 3000 ਰੁਪਇਆ ਤੇਲ ਦਾ ਖਰਚਾ ਪੈਣਾ, ਮੈਨੂੰ ਉਹ 3000 ਦੂਜਾ ਟੀਚਰ ਦੇ ਦੇਵੇ ਤਾਂ ਮੈਂ ਉੱਥੇ ਆ ਜਾਊਂਗਾ, ਇਸ ਤੋਂ ਬਿਨਾ ਮੈਂ ਆ ਨਹੀਂ ਸਕਦਾ। ਤੁਸੀਂ ਜੋ ਇਹਨਾਂ ਦੀ ਕੁਆਲੀਫਿਕੇਸ਼ਨ ਸੀਗੀਆਂ, ਨਾਰਮ ਸੀਗੀਆਂ, ਉਹ ਸਾਰੀਆਂ ਪੂਰੀਆਂ ਕਰਦੇ ਹੋ? ਕੁਆਲੀਫਾਈਡ? ਬਿਲਕੁਲ ਸਰ, ਅਸੀਂ ਟੋਟਲੀ ਕੁਆਲੀਫਾਈਡ ਟੀਚਰ ਹਾਂ। ਮੈਂ ਖੁਦ MA BEd ਹਾਂ। ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਪਰ ਇਹ ਆ ਵੀ ਸਮਝ ਲਓ ਜਿਵੇਂ ਸਰਕਾਰਾਂ ਦੇ ਮਨ 'ਚ ਇਹ ਹੈ ਕਿ ਜੇ ਸਾਡਾ ਇੰਨੇ ਕੁ ਨਾਲ ਸਕੂਲ ਚੱਲੀ ਜਾਂਦੇ ਆ, ਸਾਰਾ ਕੁਝ ਹੋ ਹੀ ਜਾਂਦਾ ਤਾਂ ਸਾਨੂੰ ਲੋੜ ਕੀ ਹੈ ਵਧਾਉਣ ਦੀ। ਗੱਲ ਸਾਰੀ ਇੱਥੇ ਅੜੀ ਹੋਈ ਹੈ, ਕਿਉਂਕਿ ਸਕੂਲ ਅਸੀਂ ਚਲਾ ਰਹੇ ਹਾਂ, ਸਾਡੀ ਮਜਬੂਰੀ ਹੈ, ਸਾਡੀ ਡਿਊਟੀ ਹੈ। ਅਸੀਂ ਬੈਠੇ ਹਾਂ ਤਾਂ ਉੱਥੇ ਜਿਹੜਾ ਸਾਡੇ ਕੋਲ ਬੱਚਾ ਬੈਠਾ ਨਾ ਜੀ, ਸਾਹਮਣੇ ਸਾਡੀ ਕਲਾਸ ਹੈ, ਉਹਦੇ ਵਾਸਤੇ ਉਹਨੂੰ ਨਹੀਂ ਪਤਾ ਕਿ ਮੈਂ ਤਨਖਾਹ ਕਿੰਨੀ ਲੈ ਰਿਹਾ ਜਾਂ ਮੈਂ ਕੀ ਹੈਗਾ। ਉਹਦੇ ਵਾਸਤੇ ਮੈਂ ਉਹਦਾ ਟੀਚਰ ਹਾਂ ਕਿ ਮੇਰਾ ਟੀਚਰ ਸਾਹਮਣੇ ਬੈਠਾ, ਉਹਨੇ ਮੈਨੂੰ ਪੜਾਉਣਾ। ਜੇ ਹੁਣ ਅਸੀਂ ਇਸ ਤਰ੍ਹਾਂ ਦਾ ਸੋਚੀਏ ਕਿ ਅਸੀਂ ਕਲਾਸ ਪੜਾਉਣੀ ਨਹੀਂ ਤੇ ਆਪਦੇ ਬੱਚਿਆਂ ਨਾਲ ਸਾਨੂੰ ਲੱਗਦਾ ਵੀ ਉਹਨਾਂ ਨਾਲ ਬਹੁਤ ਮਾੜਾ ਕਰਾਂਗੇ। ਸਾਡੇ ਮਨ ਨਹੀਂ ਇਸ ਗੱਲ ਨੂੰ ਮੰਨਦੇ। ਸੋ ਅਸੀਂ ਡਿਊਟੀਆਂ ਆਪਦੀਆਂ ਪੂਰੀਆਂ ਪ੍ਰੋਪਰ ਕਰ ਰਹੇ ਹਾਂ, ਪਰ ਸਾਨੂੰ ਜੋ ਡਿਊਟੀਆਂ ਦਾ ਬਣਦਾ, ਸਾਡੇ ਨਾਲ ਦਾ ਟੀਚਰ ਜਿਹੜਾ ਬੈਠਦਾ ਉਹੀ ਉਹ ਕੰਮ ਕਰਦਾ, ਉਹ 70-80 ਹਜ਼ਾਰ ਲੈ ਰਿਹਾ ਤੇ ਸਾਨੂੰ ਸਾਡੇ ਖਰਚੇ ਵੀ ਨਹੀਂ ਪੂਰੇ ਹੋ ਰਹੇ। ਇਸ ਲਈ ਅਸੀਂ ਮਜਬੂਰ ਹਾਂ ਕਿ ਸਾਨੂੰ ਸਰਕਾਰ ਸਾਡੇ ਨਾਲ ਮੀਟਿੰਗ ਕਰੇ, ਸਾਡੇ ਨਾਲ ਜਿਹੜੇ ਕੀਤੇ ਵਾਅਦੇ ਆ ਉਹਨੂੰ ਪੂਰਾ ਕਰੇ, ਨਹੀਂ ਤਾਂ ਫਿਰ ਅਸੀਂ ਮਜਬੂਰ ਹੋਵਾਂਗੇ ਸੰਘਰਸ਼ ਦੇ ਰਾਹ ਤੇ ਤੁਰਨ ਲਈ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਇਹ ਲੋਕ ਅੱਜ ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਨੇ। ਕੱਲ ਨੂੰ ਭਗਵੰਤ ਮਾਨ ਦੀ ਕੈਬਨਿਟ ਦੀ ਮੀਟਿੰਗ ਹੈਗੀ ਹੈ, ਇਹਨਾਂ ਨੂੰ ਉਮੀਦ ਹੈ ਤੇ ਜੇ ਇਹ ਮੰਗ ਕਰ ਰਹੇ ਨੇ ਕਿ ਮੀਟਿੰਗ ਦੇ ਵਿੱਚ ਜੋ ਇਹਨਾਂ ਦਾ ਏਜੰਡਾ ਹੈਗਾ ਇਹਨਾਂ ਨੂੰ ਪੱਕੇ ਕਰਨ ਦਾ, ਜਾਂ ਜਿਹੜੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਹੋਵੇ, ਕਿਉਂਕਿ ਕੁਆਲੀਫਾਈਡ ਟੀਚਰ ਹੈਗੇ ਨੇ, ਸਾਰੀਆਂ ਨਾਰਮਸ ਪੂਰੀਆਂ ਕਰਦੇ ਨੇ। ਅਗਰ ਭਗਵੰਤ ਮਾਨ ਗੱਲ ਕਰਦੇ ਨੇ ਕਿ ਅਸੀਂ ਅੰਗਰੇਜ਼ਾਂ ਨੂੰ ਆਪਣੇ ਦੇਸ਼ ਦੇ ਵਿੱਚ ਆ ਕੇ ਇੱਥੇ ਨੌਕਰੀਆਂ ਦੇਣੀਆਂ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਪੀਟ ਕਰਨ ਵਾਸਤੇ ਨਾਰਮਸ ਪੂਰੀਆਂ ਕਰਨ, ਤਾਂ ਇਹ ਲੋਕ ਜੋ ਕਿ ਆਪਣੀਆਂ ਨਾਰਮਸ ਪੂਰੀਆਂ ਕਰਕੇ ਪੜ੍ਹਾਉਣ ਆਏ ਨੇ ਤਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ। ਸੋ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ, ਕਿਉਂਕਿ ਆਮ ਆਦਮੀ ਪਾਰਟੀ ਸਾਰੇ ਲੋਕਾਂ ਨਾਲ ਸਾਰੇ ਵਾਅਦੇ ਪੂਰੇ ਕਰਨ ਦੀਆਂ ਗੱਲਾਂ ਕਰਕੇ ਹੀ ਸੀਟ ਦੇ ਉੱਤੇ ਬੈਠੀ ਹੈ। ਸੋ ਇਹ ਉਮੀਦ ਕਰਦੇ ਨੇ ਅਗਰ ਇਹਨਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਵੀ ਇਹ ਲੋਕ ਬਹੁਤ ਛੇਤੀ ਸੜਕਾਂ ਦੇ ਉੱਪਰ ਆ ਕੇ ਰੋਸ ਮੁਜ਼ਾਹਰੇ ਕਰਨ ਵਾਸਤੇ ਮਜਬੂਰ ਹੋਣਗੇ। ਕੈਮਰਾਮੈਨ ਦਵਿੰਦਰ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मिया रफीक मोहम्मद, मोबाइल 84 374 94647, 84 374 94648। ਭਾਰਤ ਦੇ ਨੰਬਰ 1 ਤਾਂਤਰਿਕ ਗੁਰੂ ਸ਼ਾਂਜੀ ਬੰਗਾਲੀ, 골ਡ ਮੈਡਲਿਸਟ, 64 ਸ਼ਕਤੀਆਂ ਦੇ ਮਾਹਿਰ, ਬੰਗਾਲ ਤੋਂ ਸਿੱਧੀ ਪ੍ਰਾਪਤ। ਹਰ ਜਗ੍ਹਾ ਤੋਂ ਨਿਰਾਸ਼ ਤੇ ਮਯੂਸ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਘਰ ਬੈਠੇ ਫੋਨ ਤੇ। ਮਾਈ ਪ੍ਰੋਮਿਸ 100% ਰਿਜ਼ਲਟ। ਲਵ ਮੈਰਿਜ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਚ ਕਲੇਸ਼, ਕੀਤਾ ਕਰਾਇਆ ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਚ ਪਰੇਸ਼ਾਨੀ, ਕੋਰਟ ਕੇਸ, ਰੁੱਸੇ ਨੂੰ ਮਨਾਉਣਾ ਹੋਵੇ ਤਾਂ ਹੁਣੇ ਫੋਨ ਕਮਾਓ। 101% ਪੱਕਾ ਸਮਾਧਾਨ ਪਾਓ। ਮਾਂ ਵਸ਼ੀਕਰਨ ਤੇ ਮਾਂ ਮੁਟਕਰਨ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਂਜੀ ਬੰਗਾਲੀ। 9958635478